दरबार साहब ਨੂੰ ਧਮਕੀ ਮਿਲਣ ਦੇ ਮਾਮਲੇ 'ਚ ਐਮਪੀ ਗੁਰਜੀਤ ਔਜਲਾ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ। ਹਰਮੰਦਰ ਸਾਹਿਬ 'ਚ ਕੇਂਦਰ ਸੁਰੱਖਿਆ ਬਲਾਂ ਦੀ ਤੈਨਾਤੀ ਦੀ ਕੀਤੀ ਮੰਗ, ਮੁਲਜ਼ਮਾਂ ਤੇ ਸਖਤ ਕਾਰਵਾਈ ਦੀ ਵੀ ਕੀਤੀ ਮੰਗ। ਵਿਕਰਮ ਮਜੀਠੀਆ ਦੇ ਪਟੀਸ਼ਨ ਤੇ ਮੋਹਾਲੀ ਕੋਰਟ 'ਚ ਅੱਜ ਹੋਵੇਗੀ ਸੁਣਵਾਈ। ਮਜੀਠੀਆ ਨੇ ਜੇਲ੍ਹ 'ਚ ਬੈਰਕ ਬਦਲਣ ਦੀ ਕੀਤੀ ਹੈ ਮੰਗ, ਆਪਣੀ ਔਰੇਂਜ ਕੈਟੇਗਰੀ ਦਾ ਦਿੱਤਾ ਹਵਾਲਾ। केंद्र मंत्री प्रहलाद जोशी ਨੂੰ ਮਿਲੇ ਮੁੱਖ ਮੰਤਰੀ ਮਾਨ। ਸਟੋਰੇਜ ਝੋਨੇ ਦੀ ਖਰੀਦ ਤੇ ਐਫਸੀਆਈ ਦੇ ਨਾਲ ਜੁੜੇ ਮੁੱਦਿਆਂ ਤੇ ਕੀਤੀ ਚਰਚਾ। ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕਰਨ ਦੀ ਕੀਤੀ ਮੰਗ। ਵਿਖਾਰੀਆਂ ਦੇ ਡੀਐਨਏ ਟੈਸਟ ਕਰਵਾਉਣ ਦੇ ਹੁਕਮ ਜਾਰੀ। ਪੰਜਾਬ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਜ਼ ਨੂੰ ਦਿੱਤੇ ਹੁਕਮ, ਕਿਹਾ ਭੀਖ ਮੰਗਣ ਵਾਲੇ ਬੱਚਿਆਂ ਦਾ ਕਰਵਾਇਆ ਜਾਵੇ ਡੀਐਨਏ ਟੈਸਟ। ਬਠਿੰਡਾ ਸ਼ਹਿਰ 'ਚ ਆਟੋ ਤੇ ਈ ਰਿਕਸ਼ਾ ਦੀ ਗਿਣਤੀ ਤੈਅ ਕਰੇਗਾ ਪ੍ਰਸ਼ਾਸਨ। 15 ਸਾਲ ਤੋਂ ਪੁਰਾਣੇ ਆਟੋ ਹੋਣਗੇ ਸਕ੍ਰੈਪ। ਆਟੋ ਦੀ ਪਛਾਣ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ। ਚੰਡੀਗੜ੍ਹ 에ਅਰਪੋਰਟ ਤੇ ਲੱਗੇ ਤੇਲ ਅਤੇ ਸ਼ੂਗਰ ਦੇ ਵਾਰਨਿੰਗ ਬੋਰਡਸ। ਕੇਂਦਰ ਸਿਹਤ ਮੰਤਰਾਲੇ ਦੇ ਨਿਰਦੇਸ਼ ਤੇ ਲਗਾਈ ਗਈ ਚੇਤਾਵਨੀ। ਫੂਡ ਕੋਰਟ ਵਾਲਿਆਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਦੱਸਣੀ ਹੋਵੇਗੀ ਤੇਲ ਅਤੇ ਸ਼ੂਗਰ ਦੀ ਮਾਤਰਾ। ਚੰਡੀਗੜ੍ਹ ਦੌਰੇ ਤੇ ਰਹਿਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ। ਈਡਬਲਿਊਪੀ ਟੈਂਡਰ ਸੰਬੰਧੀ ਸਿਵਲ ਸਕੱਤਰੇਟ 'ਚ ਕਰਨਗੇ ਮੀਟਿੰਗ। ਦੁਪਹਿਰੇ 12 ਵਜੇ ਸਰਕਾਰ ਦੀ ਪਾਲਿਸੀ ਨੂੰ ਲੈ ਕੇ ਕਰਨਗੇ ਰਿਵਿਊ ਬੈਠਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਹਰਿਆਣਵੀ ਸਿੰਗਰ ਰਾਹੁਲ ਫਾਜ਼ਲਪੁਰੀਆ ਦੀ, ਕਿਉਂਕਿ ਸਿੰਗਰ ਰਾਹੁਲ ਫਾਜ਼ਲਪੁਰੀਆ ਤੇ ਹਮਲੇ ਮਾਮਲੇ ਨਾਲ ਜੁੜੀ ਅਸੀਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ। ਸੋਨੀਪਤ ਤੋਂ ਇੱਕ ਮੁਲਜ਼ਮ ਨੂੰ ਇਸ ਬਾਬਤ ਪੁਲਿਸ ਨੇ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦੀ ਪਛਾਣ ਪੁਲਿਸ ਦੇ ਵੱਲੋਂ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ 'ਚ ਇੱਕ ਵੱਡੀ ਗ੍ਰਿਫਤਾਰੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਸੋਨੀਪਤ ਦੇ ਵਿਸ਼ਾਲ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 25 ਸਾਲ ਦੱਸੀ ਜਾ ਰਹੀ ਹੈ। ਮੁਲਜ਼ਮ ਨੇ ਫਾਜ਼ਲਪੁਰੀਆ ਬਾਰੇ ਸ਼ੂਟਰਾਂ ਨੂੰ ਜਾਣਕਾਰੀ ਦਿੱਤੀ ਸੀ। ਫਾਜ਼ਲਪੁਰੀਆ ਤੇ ਹਮਲੇ ਤੋਂ ਪਹਿਲਾਂ ਉਸਦੀ ਪ੍ਰੋਪਰ ਰੇਕੀ ਕੀਤੀ ਗਈ ਸੀ। ਫਾਜ਼ਲਪੁਰੀਆ ਦੇ ਆਉਣ ਜਾਣ ਵਾਲੇ ਰਸਤਿਆਂ ਦੀ ਵੀ ਰੇਕੀ ਕੀਤੀ ਗਈ ਸੀ, ਕਿਉਂਕਿ ਸੋਮਵਾਰ ਨੂੰ ਹੀ ਸਿੰਗਰ ਫਾਜ਼ਲਪੁਰੀਆ ਤੇ ਸ਼ਾਮ ਨੂੰ ਹਮਲਾ ਹੋਇਆ ਸੀ, ਜਦੋਂ ਆਪਣੇ ਚਿੱਟੇ ਰੰਗ ਦੀ ਥਾਰ ਗੱਡੀ ਤੇ ਜਾ ਰਹੇ ਸੀ। ਪਿੱਛੇ ਟਾਟਾ ਪੰਚ ਗੱਡੀ ਆ ਰਹੀ ਸੀ, ਲਗਾਤਾਰ ਥਾਰ ਗੱਡੀ ਦਾ ਪਿੱਛਾ ਕਰ ਰਹੀ ਸੀ। ਸੀਸੀਟੀਵੀ ਫੁਟੇਜ ਤੁਸੀਂ ਸੋਮਵਾਰ ਦੀ ਵੇਖ ਪਾ ਰਹੇ ਹੋ। ਲੰਘੇ ਸੋਮਵਾਰ ਦੀ ਕਿਸ ਤਰੀਕੇ ਨਾਲ ਘਾਤ ਲਗਾ ਕੇ ਬੈਠੇ ਹਮਲਾਵਰ ਦੇ ਵੱਲੋਂ ਪਿੱਛਾ ਕੀਤਾ ਗਿਆ ਤੇ ਮੌਕਾ ਮਿਲਦੇ ਹੀ ਉਸਨੇ ਫਾਇਰਿੰਗ ਕਰ ਦਿੱਤੀ। ਹਾਲਾਂਕਿ ਇਸ ਪੂਰੀ ਘਟਨਾ 'ਚ ਸਿੰਗਰ ਰਾਹੁਲ ਫਾਜ਼ਲਪੁਰੀਆ ਵਾਲ-ਵਾਲ ਬਚ ਗਏ ਨੇ, ਪਰ ਉਸ ਤੋਂ ਬਾਅਦ ਤੋਂ ਡਿਟੇਲਸ ਤਫਤੀਸ਼ ਪੁਲਿਸ ਦੇ ਵੱਲੋਂ ਲਗਾਤਾਰ ਜਾਰੀ ਤੇ ਹੁਣ ਇੱਕ ਪੁਲਿਸ ਦੇ ਹੱਥ ਵੱਡੀ ਲੀਡ ਲੱਗੀ ਹੈ। ਸੋਨੀਪਤ ਤੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਲੀਡ ਮਿਲਣ ਤੋਂ ਬਾਅਦ ਮੁਲਜ਼ਮ ਦੀ ਪਛਾਣ ਸੋਨੀਪਤ ਦੇ ਵਿਸ਼ਾਲ ਵਜੋਂ ਹੋਈ ਹੈ। ਜ਼ਾਹਰ ਜੀ ਗੱਲ ਹੈ ਕਿ ਪੁੱਛ ਪੜਤਾਲ 'ਚ ਹੁਣ ਕਈ ਵੱਡੇ ਖੁਲਾਸੇ ਹੋਣਗੇ ਕਿ ਕਿਉਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਕਿਉਂ ਰਾਹੁਲ ਫਾਜ਼ਲਪੁਰੀਆ ਨੂੰ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਰਾਹੁਲ ਫਾਜ਼ਲਪੁਰੀਆ ਦੀ ਕਈ ਵਾਰ ਰੇਕੀ ਕੀਤੀ ਗਈ ਸੀ। ਕਿਉਂਕਿ ਰਾਹੁਲ ਫਾਜ਼ਲਪੁਰੀਆ ਨੂੰ ਸਿਕਿਉਰਿਟੀ ਮਿਲੀ ਹੋਈ ਸੀ, ਪਰ ਤਕਰੀਬਨ 3 ਮਹੀਨੇ ਪਹਿਲਾਂ ਹੀ ਰਾਹੁਲ ਫਾਜ਼ਲਪੁਰੀਆ ਦੀ ਸਿਕਿਉਰਿਟੀ ਪੁਲਿਸ ਨੇ ਹਟਾ ਲਈ ਸੀ। ਇਸ ਪੂਰੇ ਹਮਲੇ ਤੋਂ ਬਾਅਦ ਰਾਹੁਲ ਫਾਜ਼ਲਪੁਰੀਆ ਨੂੰ ਇੱਕ ਵਾਰ ਫਿਰ ਤੋਂ ਪੁਲਿਸ ਦੇ ਵੱਲੋਂ ਸਿਕਿਉਰਿਟੀ ਮੁਹੱਈਆ ਕਰਵਾਈ ਗਈ ਹੈ। ਤੇ ਸੋ ਆ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਸੋਮਵਾਰ ਦੀਆਂ ਸੀਸੀਟੀਵੀ ਫੁਟੇਜ। ਚਿੱਟੇ ਰੰਗ ਦੀ ਥਾਰ ਗੱਡੀ, ਇਸ 'ਚ ਸਵਾਰ ਸਨ ਰਾਹੁਲ ਫਾਜ਼ਲਪੁਰੀਆ ਤੇ ਪਿੱਛੇ ਇੱਕ ਟਾਟਾ ਪੰਚ ਗੱਡੀ ਚਿੱਟੇ ਰੰਗ ਦੀ ਉਹਨਾਂ ਦਾ ਲਗਾਤਾਰ ਪਿੱਛਾ ਕਰ ਰਹੀ ਹੈ। ਤੇ ਮੌਕਾ ਦੇਖਦੇ ਹੀ ਜਿਸਦੇ ਕੋਈ ਵੀ ਸੀਸੀਟੀਵੀ ਫੁਟੇਜ ਨਹੀਂ ਸੀ, ਉੱਥੇ ਟਾਟਾ ਪੰਚ ਸਵਾਰ ਹਮਲਾਵਰ ਨੇ ਸ਼ੂਟਰ ਨੇ ਰਾਹੁਲ ਫਾਜ਼ਲਪੁਰੀਆ ਤੇ ਗੋਲੀ ਮਾਰੀ, ਪਰ ਗੋਲੀ ਨਹੀਂ ਲੱਗੀ। ਗੋਲੀ ਜਾ ਕੇ ਨਾਲ ਜੋ ਗ੍ਰਿਲ ਸੀ ਉਸ ਨੂੰ ਲੱਗੀ ਸੀ। ਇਸ ਤੋਂ ਪਹਿਲਾਂ ਪੁਲਿਸ ਗੋਲੀ ਵੱਜੀ ਹੈ ਨਹੀਂ ਵੱਜੀ ਹੈ ਇਸ ਬਾਰੇ ਸਪਸ਼ਟ ਨਹੀਂ ਸੀ, ਪਰ ਬਾਅਦ 'ਚ ਜਦੋਂ ਪੂਰਾ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚੀਆਂ, ਜਾਂਚ ਡਿਟੇਲ 'ਚ ਜਾਂਚ ਪੜਤਾਲ ਕੀਤੀ ਗਈ ਤੇ ਉਸ ਤੋਂ ਬਾਅਦ ਇੱਕ ਕਲੀਅਰ ਹੋਇਆ ਸੀ ਤੇ ਫਾਇਰਿੰਗ ਜ਼ਰੂਰ ਹੋਈ ਸੀ। ਤੇ ਇਸ ਫਾਇਰਿੰਗ 'ਚ ਵਾਲ-ਵਾਲ ਬੱਚੇ ਨੇ ਰਾਹੁਲ ਫਾਜ਼ਲਪੁਰੀਆ ਤੇ ਹੁਣ ਇੱਕ ਤੋਂ ਬਾਅਦ ਇੱਕ ਕਈ ਵੱਡੀ ਗ੍ਰਿਫਤਾਰੀਆਂ ਹੋ ਰਹੀਆਂ ਨੇ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਾਨੂੰ ਵੱਡੀ ਲੀਡ ਮਿਲੀ ਹੈ, ਕਈ ਜੋ ਮੁਲਜ਼ਮ ਨੇ ਉਹਨਾਂ ਨੂੰ ਆਇਡੈਂਟੀਫਾਈ ਵੀ ਕਰ ਲਿਆ ਗਿਆ ਤੇ ਹੁਣ ਜਿਸ ਦੇ ਵੱਲੋਂ ਰੇਕੀ ਕੀਤੀ ਗਈ ਸੀ, ਸ਼ੂਟਰਸ ਨੂੰ ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਗਈ ਸੀ, ਉਹ ਮੁਲਜ਼ਮ ਪੁਲਿਸ ਦੀ ਗਿਰਫਤ 'ਚ ਹੈ। ਤੇ ਗੈਂਗਸਟਰ ਸੁਨੀਲ ਸਰਦਾਨੀਆ ਨੇ ਫਾਜ਼ਲਪੁਰੀਆ ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ ਤੇ ਗੈਂਗਸਟਰ ਐਂਗਲ ਵੀ ਸਾਹਮਣੇ ਆ ਚੁੱਕੇ ਹੈ। ਸੋਸ਼ਲ ਮੀਡੀਆ ਤੇ ਪੋਸਟ ਕਰਕੇ ਹਮਲੇ ਦੀ ਇਹ ਜ਼ਿੰਮੇਵਾਰੀ ਲਈ ਗਈ ਹੈ। ਪੋਸਟ 'ਚ ਰਾਹੁਲ ਫਾਜ਼ਲਪੁਰੀਆ ਨੂੰ ਚੇਤਾਵਨੀ ਦਿੱਤੀ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਪੈਸੇ ਵਾਪਸ ਕਰੋ। ਇਹ ਹਮਲਾ ਸਿਰਫ ਚੇਤਾਵਨੀ ਦੇਣ ਦੇ ਲਈ ਕਰਵਾਇਆ ਗਿਆ ਹੈ। ਜੇ ਮਾਰਨਾ ਹੁੰਦਾ ਤਾਂ ਆਫਿਸ ਦੇ ਬਾਹਰ ਹੀ ਅਸੀਂ ਮਾਰ ਦਿੰਦੇ। ਸਾਨੂੰ ਸਾਡੇ ਦਿੱਤੇ ਹੋਏ 5 ਕਰੋੜ ਰੁਪਏ ਵਾਪਸ ਚਾਹੀਦੇ ਨੇ। दीपक नांदल ने फाजिलपुरिया ते 5 करोड़ रुपए लगाए सी ते पैसे लैण तो बाद
ਅਸੀਂ ਉਹ ਉਸਦਾ ਫੋਨ ਨਹੀਂ ਚੁੱਕ ਰਿਹਾ ਸੀ। ਇਸ ਦੇ ਨਾਲ ਹੀ ਗੈਂਗਸਟਰ ਨੇ ਕਿਹਾ ਹੈ ਕਿ ਜੇ ਪੈਸੇ ਵਾਪਸ ਨਹੀਂ ਕੀਤੇ ਤਾਂ ਤੇਰੇ ਨਾਲ ਘੁੰਮਣ ਵਾਲੇ ਅਤੇ 10 ਰਿਸ਼ਤੇਦਾਰਾਂ ਦੀ ਸਾਡੇ ਦੇ ਕੋਲ ਪੂਰੀ ਡਿਟੇਲ ਹੈ ਜਿਨ੍ਹਾਂ ਨੂੰ ਅਸੀਂ ਮਾਰਾਂਗੇ। ਤੇ ਗੈਂਗਸਟਰ ਸੁਨੀਲ ਸਰਦਾਨੀਆ ਨੇ ਫਾਜ਼ਿਲਪੁਰੀਆ ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਪੂਰੀ ਜ਼ਿੰਮੇਵਾਰੀ ਲਈ ਗਈ ਹੈ। ਇੱਕ ਪਾਸੇ ਤੁਹਾਨੂੰ ਪੋਸਟ ਵਿਖਾ ਰਹੇ ਹਾਂ ਜੋ ਕਿ ਗੈਂਗਸਟਰ ਸੁਨੀਲ ਸਰਦਾਨੀਆ ਨੇ ਪਾਈ ਹੈ ਤੇ ਇਸ ਪੂਰੇ ਘਟਨਾ ਦੀ ਜ਼ਿੰਮੇਵਾਰੀ ਉਸਨੇ ਖੁਦ ਲਈ ਹੈ। ਪੋਸਟ ਰਾਹੁਲ ਫਾਜ਼ਿਲਪੁਰੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਪੈਸੇ ਲਗਾਏ ਗਏ ਸੀ ਉਸ ਨੂੰ ਵਾਪਸ ਕਰ ਦਿੱਤਾ ਜਾਏ, ਨਹੀਂ ਤੇ ਉਸ ਨੂੰ ਮਾਰ ਦਿੱਤਾ ਜਾਏਗਾ। ਤੇ ਸੁਨੀਲ ਸਰਦਾਨੀਆ ਨੇ ਕਿਹਾ ਹੈ ਕਿ ਜੇ ਮਾਰਨਾ ਹੁੰਦਾ ਤੇ ਅਸੀਂ ਆਫਿਸ ਦੇ ਬਾਹਰ ਹੀ ਮਾਰ ਦਿੰਦੇ, ਯਾਨੀ ਕਿ ਇੱਕ ਥ੍ਰੈਟ ਪਰਸੈਪਸ਼ਨ ਕ੍ਰੀਏਟ ਕਰਨ ਵਾਸਤੇ ਇਸ ਤਰੀਕੇ ਦਾ ਹਮਲਾ ਰਾਹੁਲ ਫਾਜ਼ਿਲਪੁਰੀਆ ਤੇ ਕਰਵਾਇਆ ਗਿਆ। ਤੇ ਪੈਸੇ ਲੈਣ ਤੋਂ ਬਾਅਦ ਫੋਨ ਨਹੀਂ ਚੁੱਕ ਰਿਹਾ, ਇਸ ਗੱਲ ਦਾ ਵੀ ਜ਼ਿਕਰ ਗੈਂਗਸਟਰ ਸੁਨੀਲ ਸਰਦਾਨੀਆ ਨੇ ਆਪਣੀ ਪੋਸਟ ਤੇ ਕੀਤਾ। ਤੇ ਹੁਣ ਇੱਕ ਮੁਲਜ਼ਮ ਪੁਲਿਸ ਦੀ ਗਿਰਫਤ 'ਚ ਹੈ। ਜ਼ਾਹਰ ਜੀ ਗੱਲ ਹੈ ਕਿ ਪੁੱਛ ਪੜਤਾਲ 'ਚ ਕਈ ਹੋਰ ਵੀ ਵੱਡੇ ਖੁਲਾਸੇ ਹੋਣਗੇ। ਇੱਕ ਵੱਡੇ ਸਿੰਗਰ ਨੇ ਰਾਹੁਲ ਫਾਜ਼ਿਲਪੁਰੀਆ, ਕਿਉਂਕਿ ਬਾਲੀਵੁੱਡ 'ਚ ਵੀ ਇਹ ਗਾ ਚੁੱਕੇ ਨੇ। ਦੂਸਰੇ ਪਾਸੇ ਹਰਿਆਣਾ 'ਚ ਵੀ ਇੱਕ ਵੱਡੇ ਸਿੰਗਰ ਨੇ, ਜਾਣੇ ਮਾਨੇ ਨਾਮ ਨੇ, ਇਹਨਾਂ ਤੇ ਹਮਲਾ ਹੋਇਆ ਸੀ ਜਦੋਂ ਕਿ ਸ਼ਾਮ ਨੂੰ ਇਹ ਆਪਣੀ ਥਾਰ ਗੱਡੀ ਤੇ ਜਾ ਰਹੇ ਸੀ। ਤੇ ਗੈਂਗਸਟਰ ਸੁਨੀਲ ਸਰਦਾਰੀਆ ਨੇ ਫਾਜ਼ਿਲਪੁਰੀਆ ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਤੁਹਾਨੂੰ ਵਿਖਾ ਰਹੇ ਹਾਂ ਜੋ ਕਿ ਗੈਂਗਸਟਰ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਪਾਈ ਹੈ ਤੇ ਇਸ ਪੂਰੇ ਫਾਇਰਿੰਗ ਦੀ ਜ਼ਿੰਮੇਵਾਰੀ ਇਸ ਗੈਂਗਸਟਰ ਦੇ ਵੱਲੋਂ ਲਈ ਗਈ। ਅੱਗੇ ਵਧਾਂਗੇ ਤੇ ਗੱਲ ਕਰਾਂਗੇ 에ਅਰ ਇੰਡੀਆ ਦੀ। 에ਅਰ ਇੰਡੀਆ ਦੇ ਸਾਰੇ ਬੋਇੰਗ 787 ਜਹਾਜ਼ਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ। B787 ਜਹਾਜ਼ ਦੇ ਫਿਊਲ ਕੰਟਰੋਲ ਸਵਿਚ ਦੀ ਜਾਂਚ ਕੀਤੀ ਗਈ ਸੀ ਤੇ ਬੋਇੰਗ 'ਚ ਕੋਈ ਵੀ ਖਰਾਬੀ ਨਹੀਂ ਮਿਲੀ ਹੈ। 에ਅਰ ਇੰਡੀਆ ਦਾ ਬਿਆਨ ਆਇਆ ਹੈ DGCA ਦੇ ਨਿਰਦੇਸ਼ਾਂ ਤੇ ਸਾਰੇ ਬੋਇੰਗ ਦੀ ਜਾਂਚ ਕੀਤੀ ਗਈ ਸੀ ਤੇ 에ਅਰ ਇੰਡੀਆ ਦੇ ਸਾਰੇ ਬੋਇੰਗ 787 ਜਹਾਜ਼ਾਂ ਦੀ ਜਾਂਚ ਪੂਰੀ ਕਰ ਲਈ ਗਈ ਹੈ ਕਿਉਂਕਿ ਜਦੋਂ 12 ਜੂਨ ਨੂੰ ਵਿਮਾਨ ਹਾਦਸਾ ਹੋਇਆ ਸੀ AI717 ਬੋਇੰਗ ਜਹਾਜ਼ ਹੀ ਸੀ ਜੋ ਕਿ ਹਾਦਸਾਗ੍ਰਸਤ ਹੋ ਗਿਆ ਸੀ। ਉਡਾਨ ਭਰਨ ਦੇ ਮਹਿਜ਼ 32 ਸੈਕਿੰਡ ਬਾਅਦ ਹੀ ਤੇ ਉਸ ਤੋਂ ਬਾਅਦ ਸਵਾਲ ਖੜੇ ਕੀਤੇ ਗਏ ਸੀ ਕਿ ਇਹਨਾਂ ਜਹਾਜ਼ਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਹੁਣ 에ਅਰ ਇੰਡੀਆ ਦੇ ਸਾਰੇ ਬੋਇੰਗ 787 ਜਹਾਜ਼ਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ। B787 ਜਹਾਜ਼ ਦੇ ਫਿਊਲ ਕੰਟਰੋਲ ਸਵਿਚ ਦੀ ਵੀ ਜਾਂਚ ਇਸ ਦੌਰਾਨ ਡਿਟੇਲ 'ਚ ਕੀਤੀ ਗਈ। ਬੋਇੰਗ 'ਚ ਕੋਈ ਵੀ ਖਰਾਬੀ ਨਹੀਂ ਮਿਲੀ ਹੈ। 에ਅਰ ਇੰਡੀਆ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ। DGCA ਦੇ ਨਿਰਦੇਸ਼ਾਂ ਤੇ ਸਾਰੇ ਬੋਇੰਗ ਦੀ ਜਾਂਚ ਜੋ ਹੈ ਉਹ ਕੀਤੀ ਗਈ ਹੈ ਤੇ 12 ਜੂਨ ਨੂੰ ਇਹ ਪੂਰਾ ਹਾਦਸਾ ਵਾਪਰਿਆ ਸੀ ਜਿਸ ਦੌਰਾਨ ਟੇਕ ਆਫ ਇਹ ਜਹਾਜ਼ ਕੀਤਾ ਪਰ ਮਹਿਜ਼ 32 ਸੈਕਿੰਡ ਤੋਂ ਬਾਅਦ ਹੀ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਕਈ ਤਰ੍ਹਾਂ ਦੇ ਸਵਾਲ ਉਸ ਦੌਰਾਨ ਵੀ ਖੜੇ ਕੀਤੇ ਗਏ ਸੀ ਕਿ ਇਹਨਾਂ ਬੋਇੰਗ ਜਹਾਜ਼ਾਂ ਦੀ ਠੀਕ ਤਰੀਕੇ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਕਿਉਂਕਿ ਦੋਨੋਂ ਹੀ ਇੰਜਨਸ ਫੇਲ ਹੋ ਗਏ ਸੀ ਜੋ ਇੱਕ ਮੁੱਖ ਕਾਰਨ ਬਣਿਆ, ਮੇਨ ਰੀਜ਼ਨ ਬਣਿਆ ਇਸ ਜਹਾਜ਼ ਦੇ ਕ੍ਰੈਸ਼ ਹੋਣ ਦਾ। ਕਈ ਲੋਕਾਂ ਨੇ ਇਸ ਜਹਾਜ਼ ਹਾਦਸੇ 'ਚ ਆਪਣੀ ਜਾਨ ਗਵਾਈ ਸੀ। ਤਕਰੀਬਨ 270 ਲੋਕਾਂ ਦੀਆਂ ਜਾਨਾਂ ਗਈਆਂ ਸੀ। 242 'ਚ 241 ਸਵਾਰ ਜਹਾਜ਼ 'ਚ ਜੋ ਯਾਤਰੀ ਸਨ ਉਹਨਾਂ ਨੇ ਆਪਣੀ ਜਾਨ ਗਵਾਈ ਸੀ ਤੇ ਉਸ ਤੋਂ ਬਾਅਦ 에ਅਰ ਇੰਡੀਆ ਦੇ ਸਾਰੇ ਬੋਇੰਗ 787 ਜਹਾਜ਼ਾਂ ਦੀ ਜਾਂਚ ਹੁਣ ਪੂਰੀ ਕਰ ਲਈ ਗਈ। लखनऊ एयर इंडिया की फ्लाइट तकनीकी खराबी आई। पायलट ने उड़ान भरन तो इनकार कर दिता। तकनीकी खराबी कारण पायलट का टेक ऑफ तो इनकार ही, यानी कि जो उसको पता चलिया कि इस टेक्निकल ग्लिच है, पायलट ने मना कर दिता कि वो टेक ऑफ नहीं करेगा। एयर इंडिया की उड़ान IX 193 168 यात्री सवार सन। लखनऊ तो दुबई ਲਈ इसने उड़ान भरनी सी। इंजन स्टार्ट होने तो बाद तकनीकी नुक्स खराबी का पता लग गया ते पायलट ने यह फैसला लिया कि वो टेक ऑफ नहीं करेगा। तो लखनऊ एयर इंडिया की फ्लाइट एक बार फिर तो टेक्निकल ग्लिच आई। पायलट ने उड़ान भरन तो इनकार कर दिता। तकनीकी खराबी करके पायलट ने कहा कि वो टेक ऑफ नहीं करेगा, उड़ान नहीं भरेगा। एयर इंडिया की उड़ान IX 193 168 यात्री सवार सन। तो लखनऊ तो इस फ्लाइट ने दुबई के लिए उड़ान भरनी सी पर यह फ्लाइट उड़ान नहीं भर पाई क्योंकि इस टेक्निकल ग्लिच आ गई, टेक्निकल खामी आ गई। हुण गल इंडिगो दी। मुंबई च इंडिगो फ्लाइट की एमरजेंसी लैंडिंग करवाई गई। फ्लाइट का इंजन फेल दस्या जा रहा है कारण ते रात तकरीबन 9:52 ते मुंबई एयरपोर्ट ते सुरक्षित लैंडिंग इस जहाज की करवाई गई है। दिल्ली तो गोवा जा रहा से इंडिगो का जहाज। एमरजेंसी फ्लाइट मुंबई
ਡਾਇਵਰਟ ਕੀਤਾ ਗਿਆ। ਫਲਾਈਟ ਦੇ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਨੇ। ਤੇ ਮੁੰਬਈ 'ਚ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਦਾ ਇੰਜਨ ਇੱਕ ਫੇਲ ਹੋ ਗਿਆ, ਕਿਉਂਕਿ ਫਲਾਈਟ 'ਚ 2 ਇੰਜਨ ਹੁੰਦੇ ਨੇ, ਇੱਕ ਫੇਲ ਹੋ ਗਿਆ, ਜਿਸ ਕਰਕੇ ਪਾਇਲਟ ਨੇ ਤੁਰੰਤ ਇਹ ਫੈਸਲਾ ਲਿਆ ਕਿ ਇਸ ਫਲਾਈਟ ਨੂੰ ਡਾਇਵਰਟ ਕਰਕੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਏਗੀ। ਤੇ ਰਾਤ ਤਕਰੀਬਨ 9:52 ਤੇ ਮੁੰਬਈ 에ਅਰਪੋਰਟ ਤੇ ਇਹ ਸੁਰੱਖਿਅਤ ਲੈਂਡਿੰਗ ਕਰਵਾਈ ਗਈ ਹੈ। ਦਿੱਲੀ ਤੋਂ ਇਹ ਫਲਾਈਟ ਗੋਆ ਜਾ ਰਹੀ ਸੀ। ਕੁਝ ਟੈਕਨੀਕਲ ਖਰਾਬੀ आई। ਪਾਇਲਟ ਨੂੰ ਇਸ ਗੱਲ ਦਾ ਖਦਸ਼ਾ ਹੋਇਆ ਕਿ ਇੱਕ ਇੰਜਨ ਫੇਲ ਹੋ ਗਿਆ ਹੈ, ਜਿਸ ਕਰਕੇ ਉਸਨੇ ਫੈਸਲਾ ਲਿਆ ਤੇ ਇਸ ਦੀ ਐਮਰਜੈਂਸੀ ਲੈਂਡਿੰਗ ਜੋ ਹੈ ਉਹ ਕਰਵਾਈ ਗਈ ਮੁੰਬਈ 에ਅਰਪੋਰਟ। ਹੁਣ ਗੱਲ ਕਰਾਂਗੇ ਲੁਧਿਆਣਾ ਦੀ। ਲੁਧਿਆਣਾ 'ਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਤੇਜ਼ ਰਫ਼ਤਾਰ ਕਾਰ ਨੇ ਕਈ ਲੋਕਾਂ ਨੂੰ ਦਰੜ ਦਿੱਤਾ। ਹਾਦਸੇ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ ਤੇ ਕਾਰ ਸਵਾਰ ਤੇ ਨਸ਼ੇ 'ਚ ਹੋਣ ਦੇ ਇਲਜ਼ਾਮ ਲੱਗੇ ਨੇ। ਲੋਕਾਂ ਨੇ ਕਾਰ ਚਾਲਕ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਲੁਧਿਆਣਾ 'ਚ ਤੇਜ਼ ਰਫ਼ਤਾਰ ਦਾ ਕਹਿਰ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਹੈ। ਤੇਜ਼ ਰਫ਼ਤਾਰ ਕਾਰ ਨੇ ਕਈ ਲੋਕਾਂ ਨੂੰ ਮੌਕੇ ਤੇ ਹੀ ਦਰੜ ਦਿੱਤਾ। ਹਾਦਸੇ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਦੇਰ ਰਾਤ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ, ਕਿਉਂਕਿ ਨਸ਼ੇ ਦੀ ਹਾਲਤ 'ਚ ਇਹ ਸ਼ਖਸ ਧੁੱਤ ਸੀ, ਜਿਸ ਨੇ ਕਈ ਲੋਕਾਂ ਨੂੰ ਦਰੜ ਦਿੱਤਾ। ਮੌਕੇ ਤੇ ਹੀ ਕਈ ਲੋਕ ਉੱਥੇ ਮੌਜੂਦ ਸੀ। ਲੋਕਾਂ ਨੇ ਇਸ ਕਾਰ ਸਵਾਰ ਜੋ ਕਿ ਨਸ਼ੇ ਦੀ ਹਾਲਤ 'ਚ ਧੁੱਤ ਸੀ, ਇਸ ਨੂੰ ਕਾਬੂ ਕਰ ਲਿਆ ਤੇ ਕਾਰ ਸਵਾਰ ਤੇ ਨਸ਼ੇ 'ਚ ਹੋਣ ਦੇ ਇਲਜ਼ਾਮ ਜੋ ਨੇ ਉਹ ਲੱਗੇ ਨੇ। ਤੇ ਹੁਣ ਪੁਲਿਸ ਆਪਣੇ ਪੱਧਰ ਤੇ ਜਾਂਚ ਕਰੇਗੀ। ਜ਼ਾਹਰ ਜੀ ਗੱਲ ਹੈ ਕਿ ਪੁਲਿਸ ਦੇ ਵੱਲੋਂ ਇਸ ਕਾਰ ਚਾਲਕ ਦਾ ਮੈਡੀਕਲ ਕਰਵਾ ਲਿਆ ਗਿਆ ਹੋਣਾ। ਲੁਧਿਆਣਾ 'ਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਵੱਡੇ ਪੱਧਰ ਤੇ। ਜਦੋਂ ਇਹ ਪੂਰਾ ਹਾਦਸਾ ਇੱਥੇ ਵਾਪਰਿਆ ਤੇ ਕਈ ਲੋਕ ਇੱਥੇ ਇਕੱਠੇ ਹੋ ਗਏ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਤੇਜ਼ ਰਫ਼ਤਾਰ ਕਾਰ ਨੇ ਕਈ ਲੋਕਾਂ ਨੂੰ ਮੌਕੇ ਤੋਂ ਹੀ ਦਰੜ ਦਿੱਤਾ, ਕਿਉਂਕਿ ਕਾਰ ਸਵਾਰ ਨਸ਼ੇ ਦੀ ਹਾਲਤ 'ਚ ਸੀ ਤੇ ਜਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ। ਅੱਛਾ ਇਹਦੇ ਵੀ ਮਾਰਿਆ ਭਾਈ ਦੇ ਭਾਈ ਦੀ ਸਕੂਟਰੀ ਭੰਨ ਕੇ ਆਏ ਭਾਈ। ਇਹਨੇ ਭਾਈ ਪਹਿਲਾਂ ਦੋ ਬੰਦੇ ਥੱਲੇ ਦੇਣ ਤੋਂ ਬਾਅਦ ਇੱਕ ਦੀ ਮੌਕੇ ਤੇ ਮੌਤ ਹੋ ਚੁੱਕੀ ਆ, ਪਤਾ ਲੱਗ ਰਿਹਾ ਵਾ, ਤੇ ਦੂਜੇ ਕਈਆਂ ਨੂੰ ਫੱਟੜ ਕਰਕੇ ਆਇਆ ਇਹ ਬੰਦਾ। ਧੱਕੇ ਨਾਲ ਹੀ ਕਹਿੰਦਾ ਆਪ ਮੇਰੀ ਟਰਾਂਸਪੋਰਟ में आते कोई बात कोई गड्डी वाला दारू पीती हुई सी। कोई नहीं है, अरोड़ा के पास ले चलिए ना। गाड़ी वाला कोई गाल नहीं जी, मेरे को लगा है, मैं भी फेंकाई हूँ। अच्छा, आपको भी कहाँ पे लगा गाड़ी? ਰਜਿੰਦਰ ਫੋਨ ਲਾਈਨ ਤੇ ਜੁੜੇ ਨੇ। ਰਜਿੰਦਰ, ਇਹ ਸ਼ਖਸ ਕੌਣ ਹੈ ਤੇ ਪੁਲਿਸ ਦੇ ਵੱਲੋਂ ਹੁਣ ਤੱਕ ਕੀ ਕੁਝ ਕਾਰਵਾਈ? ਦੇਖੋ ਬਿਲਕੁਲ ਦੱਸਦੇ ਕਿ ਇਹ ਬੀਤੀ ਰਾਤ ਦੀ ਘਟਨਾ ਹੈ, ਜਿੱਥੇ ਇੱਕ ਜੀ ਰਜਿੰਦਰ, ਚਲੋ ਮੁੜ ਤੋਂ ਕੋਸ਼ਿਸ਼ ਕਰਾਂਗੇ ਕਿ ਰਜਿੰਦਰ ਨਾਲ ਸੰਪਰਕ ਸਾਧਿਆ ਜਾ ਸਕੇ। ਲੁਧਿਆਣਾ 'ਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਮੌਕੇ ਤੇ ਜਿੱਥੇ ਆ ਪੂਰਾ ਘਟਨਾਕ੍ਰਮ ਵਾਪਰਿਆ, ਕਈ ਲੋਕ ਮੌਕੇ ਤੇ ਇਕੱਠੇ ਹੋ ਗਏ, ਕਿਉਂਕਿ ਇਸ ਕਾਰ ਚਾਲਕ ਨੇ ਕਈ ਲੋਕਾਂ ਨੂੰ ਦਰੜ ਦਿੱਤਾ। ਲੋਕਾਂ ਨੇ ਤੁਰੰਤ ਇਸ ਕਾਰ ਚਾਲਕ ਨੂੰ ਕਾਬੂ ਕਰ ਲਿਆ ਤੇ ਗੱਡੀ ਦਾ ਮੂਰਲਾ ਹਿੱਸਾ ਵੀ ਦੇਖਿਆ ਜਾ ਸਕਦਾ ਹੈ ਬੁਰੀ ਤਰੀਕੇ ਨਾਲ ਨੁਕਸਾਨਿਆ ਗਿਆ ਹੈ। ਪੰਜ ਸੱਤ ਗੱਡੀਆਂ ਵਿੱਚ ਪੰਜ ਛੇ ਬੰਦੇ ਰਗੜ ਗਿਆ ਹੈਗਾ, ਜਿਹਦੇ ਵਿੱਚੋਂ ਉਹਨੇ ਨੇ ਕੀ ਕੀਤਾ ਹੈਗਾ, ਬੰਦੇ ਨੇ दारू ਪੀਤੀ ਹੋਈ ਸੀਗੀ, दारू ਪੀ ਕੇ ਗੱਡੀ ਚਲਾ ਰਿਹਾ ਸੀਗਾ, ਜੋ ਕਿ 3-4 ਬੰਦੇ ਤਾਂ ਪਿੱਛੇ ਰਗੜ ਦਿੱਤੇ, 4-5 ਬੰਦੇ ਅੱਗੇ ਰਗੜ ਦਿੱਤੇ ਹੈਗੇ ਆ। 5-4 ਬੰਦੇ ਜੀ ਰਗੜ ਦਿੱਤੇ ਉਹ ਬੰਦੇ ਨੇ, ਘੱਟੋ ਘੱਟ 5-6 ਬੰਦੇ ਰਗੜੇ ਆ। दारू ਪੀਤੀ ਹੋਈ ਸੀ ਉਹਦੀ, दारू ਪੀਣ ਕਰਕੇ ਸਾਰਾ ਇਹ ਕੰਮ ਹੋਇਆ, ਨੁਕਸਾਨ ਹੋਇਆ ਹੈਗਾ। ਪਿੱਛੇ ਆਪਣਾ ਗੁਰਦੁਆਰਾ ਨਹੀਂ, ਉੱਥੇ ਉਹਦੇ ਵਿੱਚ ਮਾਰੀ ਗੱਡੀ ਚਾਂਦਰਾ ਵਾਲੀ ਦੇ। ਅੱਛਾ, ਉੱਥੇ ਫਿਰ ਉਹਨੂੰ ਜਦੋਂ ਉੱਥੋਂ ਭਜਾ ਲਈ ਮੋਟਰਸਾਈਕਲ ਵਾਲੇ ਲੈ ਲਿਆ ਥੱਲੇ। ਅੱਛਾ ਜੀ, ਉੱਥੋਂ ਆ ਕੇ ਆ ਰਗੜ ਤੇ ਉਸ ਤੋਂ ਬਾਅਦ ਉੱਥੇ ਮਾਰੀ ਟਰੱਕ 'ਚ। ਹੁਣ ਗੱਲ ਕਰਾਂਗੇ ਪੰਜਾਬ ਸਰਕਾਰ ਦੀ, ਕਿਉਂਕਿ ਪੰਜਾਬ ਸਰਕਾਰ ਨੇ ਭਿਖਾਰੀਆਂ ਦੇ DNA ਟੈਸਟ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਪੰਜਾਬ ਸਰਕਾਰ ਨੇ ਸਾਡੇ ਡਿਪਟੀ ਕਮਿਸ਼ਨਰਸ ਨੂੰ ਇਹ ਹੁਕਮ ਦਿੱਤੇ ਨੇ, ਭੀਖ ਮੰਗਣ ਵਾਲੇ ਬੱਚਿਆਂ ਦਾ DNA ਕਰਵਾਇਆ ਜਾਵੇਗਾ। ਭਿਖਾਰੀਆਂ ਦੇ DNA ਟੈਸਟ ਕਰਵਾਉਣ ਦੇ ਹੁਕਮ ਹੁਣ ਜਾਰੀ ਕਰ ਦਿੱਤੇ ਗਏ ਨੇ। ਆਮੂਮਨ ਅਸੀਂ ਵੇਖਨੇ ਹਾਂ ਕਿ ਚਾਹੇ ਉਹ ਟ੍ਰੈਫਿਕ ਸਿਗਨਲਸ ਨੇ, ਬਾਜ਼ਾਰ ਨੇ, ਉੱਥੇ ਮਹਿਲਾਵਾਂ ਬੱਚਿਆਂ ਨੂੰ ਗੋਦੀ 'ਚ ਚੁੱਕ ਕੇ ਭੀਖ ਮੰਗਦੀਆਂ ਨੇ। ਤੇ ਇਸ ਤੋਂ ਪਹਿਲਾਂ ਇਸ ਪੂਰੇ ਮਾਮਲੇ 'ਚ ਇੱਕ ਪਹਿਲੀ FIR ਅੰਮ੍ਰਿਤਸਰ 'ਚ ਦਰਜ ਹੋਈ ਸੀ ਨਿਰਮਲਾ ਨਾਮ ਦੀ ਇੱਕ ਮਹਿਲਾ ਦੇ, ਜੋ ਕਿ ਟ੍ਰੈਫਿਕ ਸਿਗਨਲ ਤੇ ਬੱਚੇ ਨੂੰ ਚੁੱਕ ਕੇ ਬੱਚੇ ਨੂੰ ਅੱਗੇ ਕਰਕੇ ਭੀਖ ਮੰਗ ਰਹੀ ਸੀ। ਤੇ ਹੁਣ ਭਿਖਾਰੀਆਂ ਦੇ DNA ਟੈਸਟ ਕਰਵਾਉਣ ਦੇ ਹੁਕਮ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ। ਬੱਚਿਆਂ ਦਾ DNA ਟੈਸਟ ਕਰਵਾਇਆ ਜਾਏਗਾ, ਜਾਂਚ ਕੀਤੀ ਜਾਏਗੀ ਕਿ ਇਹ ਜੋ ਬੱਚੇ ਨੇ ਜਿਨ੍ਹਾਂ ਮਹਿਲਾਵਾਂ ਦੇ ਵੱਲੋਂ ਚੁੱਕੇ ਜਾਂਦੇ ਨੇ, ਗੋਦੀ 'ਚ ਭੀਖ ਮੰਗਿਆ ਜਾਂਦਾ ਹੈ, ਉਹਨਾਂ ਦੇ ਹੈ ਜਾਂ ਫਿਰ ਇਹ ਬੱਚੇ ਚੋਰੀ ਕੀਤੇ ਹੋਏ ਨੇ। ਤੇ ਬੱਚਿਆਂ ਦਾ DNA ਟੈਸਟ ਕਰਵਾ ਕੇ ਉਹਨਾਂ ਨੂੰ ਬਾਅਦ 'ਚ ਬਾਲ ਘਰ 'ਚ ਭੇਜ ਦਿੱਤਾ ਜਾਏਗਾ।
ਆ ਦੇਖੋ ਜੀ, ਐਸ ਫਾਰ ਐਜ਼ DNA ਇਜ਼ ਕੰਸਰਨ, ਜੇ ਅਸੀਂ ਜੁਵੈਨਾਈਲ ਜਸਟਿਸ ਐਕਟ 2015 ਦੇ ਸਬ ਸੈਕਸ਼ਨ 920 ਸੈਕਸ਼ਨ 27 ਦੇ ਵਿੱਚ ਜਾਈਏ ਤੇ ਉਹ ਸੈਕਸ਼ਨ ਜਿਹੜਾ ਉਹ CWC ਨੂੰ ਇੰਪਾਵਰ ਕਰਦਾ ਕਿ ਉਹ DNA ਟੈਸਟ ਲਈ ਜਿਹੜਾ ਉਹ ਲੈਟਰ ਜਿਹੜਾ ਆਰਡਰ ਜਿਹੜਾ ਉਹ ਪਾਸ ਕਰ ਸਕਦਾ ਹੈ। ਉਸ ਤੋਂ ਬਾਅਦ ਇੱਕ DCP ਹੁੰਦਾ ਹੈ, ਜਿਸ ਤਰ੍ਹਾਂ ਸਾਡਾ ਸੂਬਾ ਪੰਜਾਬ ਹੈ, ਇਹਦੇ ਵਿੱਚ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਸਾਡੇ DCPU ਨੇ, ਜਿਹੜਾ ਕਿ ਹੈ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ, ਔਰ ਜਿਹਨੂੰ ਲੀਡ ਕਰਦੇ ਨੇ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰ। ਜਿਹੜੀ ਸਾਡੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਜਿਹੜਾ ਸਾਡਾ ਚੰਡੀਗੜ੍ਹ ਵਿਕਾਸ ਵਿਭਾਗ, ਉਹਨਾਂ ਨੇ ਅੱਜ ਇੱਕ ਜੀਵਨ ਜੋਤ ਪ੍ਰੋਜੈਕਟ ਜਿਹੜਾ 2 ਉਹਦੀ ਲਾਂਚਿੰਗ ਕੀਤੀ ਹੈ, ਔਰ ਉਹਦੇ ਵਿੱਚ ਜਿਹੜਾ ਮੇਜਰ ਫੋਕਸ ਹੈ ਉਹ ਸਾਡਾ ਹੈ ਹੀ ਇਹਦੇ ਤੇ ਹੈ ਬੈਗਿੰਗ ਤੇ, ਔਰ ਦੂਸਰਾ ਕੀ ਹੈ ਕਿ ਚਾਈਲਡ ਲੇਬਰ ਤੇ। ਹੁਣ ਗੱਲ ਕਰਾਂਗੇ ਬਠਿੰਡਾ ਸ਼ਹਿਰ ਦੀ। ਬਠਿੰਡਾ ਸ਼ਹਿਰ 'ਚ ਆਟੋ ਤੇ ਈ ਰਿਕਸ਼ਾ ਤੇ ਕੈਂਚੀ ਚਲਾਈ ਜਾਏਗੀ ਪ੍ਰਸ਼ਾਸਨ ਦੇ ਵੱਲੋਂ ਆਟੋ ਤੇ ਈ ਰਿਕਸ਼ਾ ਦੀ ਹੁਣ ਹੱਦ ਘੱਟ ਕੀਤੀ ਜਾਏਗੀ, ਤੈਅ ਹੱਦ। ਸ਼ਹਿਰ 'ਚ ਕਿੰਨੇ ਆਟੋ ਨੇ, ਈ ਰਿਕਸ਼ਾ ਨੇ, ਉਹ ਪਤਾ ਚਲਾਇਆ ਜਾਏਗਾ। ਪ੍ਰਸ਼ਾਸਨ ਤੈਅ ਕਰੇਗਾ ਕਿ ਇਹਨਾਂ ਦੀ ਗਿਣਤੀ ਕਿੰਨੀ ਰਹੇਗੀ ਤੇ 15 ਸਾਲ ਤੋਂ ਪੁਰਾਣੇ ਆਟੋ ਸਕ੍ਰੈਪ ਹੋਣਗੇ। ਇੱਕ ਬੰਦੇ ਦਾ ਇੱਕ ਹੀ ਆਟੋ ਚੱਲੇਗਾ। ਆਟੋ ਦੀ ਪਛਾਣ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਟੋ ਵਾਲਿਆਂ ਦੇ ਡੋਪ ਟੈਸਟ ਵੀ ਕਰਵਾਏ ਜਾਣਗੇ ਤੇ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਲਏ ਜਾ ਰਹੇ ਨੇ। ਬਠਿੰਡਾ ਸ਼ਹਿਰ 'ਚ ਆਟੋ ਤੇ ਈ ਰਿਕਸ਼ਾ ਤੇ ਕੈਂਚੀ ਚਲੇਗੀ। ਆਮੋ ਅਸੀਂ ਵੇਖਦੇ ਹਾਂ ਕਿ ਕਈ ਸ਼ਖਸ ਕਈ ਆਟੋ ਖਰੀਦ ਕੇ ਅੱਗੇ ਰੈਂਟ ਤੇ ਦੇ ਦਿੰਦੇ ਨੇ, ਪਰ ਹੁਣ ਇੱਕ ਸ਼ਖਸ ਦੇ ਨਾਮ ਤੇ ਇੱਕ ਆਟੋ ਹੀ ਰਜਿਸਟਰਡ ਹੋਏਗਾ। ਇਸ ਦਾ ਜ਼ਿਕਰ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਤੈਅ ਕਰੇਗਾ ਕਿ ਸੜਕਾਂ ਤੇ ਕਿੰਨੇ ਆਟੋ ਈ ਰਿਕਸ਼ਾ ਚੱਲਣਗੇ ਤੇ 15 ਸਾਲ ਤੋਂ ਪੁਰਾਣੇ ਆਟੋ ਸਕ੍ਰੈਪ ਕੀਤੇ ਜਾਣਗੇ। ਬਹੁਤ ਵਧੀਆ ਕੰਮ ਹੋਇਆ ਜੀ। ਇਹ ਹੋਣਾ ਚਾਹੀਦਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਹੀ ਹੋਣਾ ਚਾਹੀਦਾ ਸੀਗਾ ਜੀ। ਤੇ ਜਿਹੜੇ ਮੈਂ ਸਾਰਿਆਂ ਨੂੰ ਆਟੋ ਚਾਲਕਾਂ ਨੂੰ ਅਪੀਲ ਹੀ ਕਰਦਾ, ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਜਾਂ ਜਿਨ੍ਹਾਂ ਦੇ ਇੱਕ ਵਾਰੀ ਲਾਇਸੈਂਸ ਨਹੀਂ ਬਣਿਆ, ਹਫਤਾ ਪਿਆ ਜੇ ਹਫਤੇ ਦੇ ਵਿੱਚ ਆਪਦਾ ਫੀਸ ਭਰ ਕੇ ਆਪਦਾ ਕਾਰਡ ਬਣਵਾ ਲੈਣ। ਨੰਬਰ ਪਲੇਟ ਉੱਤੇ ਲੱਗ ਜਾਏਗੀ। ਨੰਬਰ ਪਲੇਟ ਲੱਗਣ ਤੋਂ ਬਾਅਦ ਹੀ ਜਿਹੜੀ ਗੱਡੀ ਉਹ ਚੱਲੇਗੀ। ਜਿਹੜੀ ਗੱਡੀ ਫਿਰੋਜ਼ਪੁਰ ਤੋਂ ਜਾਂ ਬਠਿੰਡੇ ਆਪਣੇ ਗਿੱਦੜਬਾਹਾ ਤੋਂ ਜਾਂ ਜਲਾਲਾਬਾਦ ਤੋਂ ਕਿਤੋਂ ਵੀ ਕੋਈ ਚਲਾ ਰਿਹਾ ਹੈ, ਬਾਹਰ ਦੀ ਗੱਡੀ ਸ਼ਹਿਰ ਦੇ ਵਿੱਚ ਕੋਈ ਇੰਟਰ ਨਹੀਂ ਹੋਗੀ। ਅੱਜ ਪਿਛਲੇ ਦਿਨੀ ਪਹਿਲਾਂ ਤਾਂ ਸਾਡੀ ਇੱਕ ਮੀਟਿੰਗ ਹੋਈ ਸੀ DC ਸਾਹਿਬ ਨਾਲ, ਕਮਿਸ਼ਨਰ ਨਗਰ ਨਿਗਮ ਮੇਅਰ ਸਾਹਿਬ ਨਾਲ, ਤੇ ਮੈਂ ਖੁਦ ਮੀਟਿੰਗ ਦੇ ਵਿੱਚ ਸ਼ਾਮਲ ਸੀ, ਜਿਹਦੇ ਵਿੱਚ ਇੱਕ ਫੈਸਲਾ ਲਿਆ ਗਿਆ ਸੀਗਾ ਵੀ ਜਿੰਨੇ ਵੀ ਆਟੋ ਰਿਕਸ਼ਾ ਚੱਲ ਰਹੇ ਆ ਸ਼ਹਿਰ ਦੇ ਵਿੱਚ, ਚਾਹੇ ਈ ਰਿਕਸ਼ਾ ਚਾਹੇ ਡੀਜ਼ਲ ਉਹ ਅੱਗੇ ਆਟੋ ਅੱਗੇ, ਉਹਨਾਂ ਦਾ ਸਰਵੇ ਕਰਕੇ ਉਹਨਾਂ ਤੇ MCV ਨੰਬਰ ਲਗਾਇਆ ਜਾਊਗਾ। ਜਿਹੜਾ ਕਿ ਅੱਜ ਕਾਰਪੋਰੇਸ਼ਨ ਵੱਲੋਂ ਇਹ ਕੰਮ ਸਟਾਰਟ ਕਰਤਾ। ਇਹਨਾਂ ਦਾ ਸਰਵੇ ਕਰਨ ਸੰਬੰਧੀ ਉਹਨਾਂ ਤੋਂ ਪ੍ਰੋਪਰਲੀ ਡਾਕੂਮੈਂਟ ਲਿੱਤੇ ਜਾ ਰਹੇ ਹੈਗੇ, ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੇਕਿਨ ਉਹਨੂੰ ਵੈਰੀਫਾਈ ਕਰਨ ਵਾਸਤੇ ਉਦੋਂ ਬਾਅਦ 'ਚ ਸਾਡੇ ਕੋਲ ਆਉਣਗੇ, ਉਹਦੇ 'ਚ ਅਸੀਂ ਵੀ ਵੈਰੀਫਾਈ ਕਰਾਂਗੇ। ਹੁਣ ਗੱਲ ਕਰਾਂਗੇ CM ਭਗਵੰਤ ਮਾਨ ਦੀ, ਜੋ ਕਿ ਬੀਤੇ ਕੱਲ ਦੇਰ ਸ਼ਾਮ ਕੇਂਦਰ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਮਿਲੇ ਨੇ। ਕੇਂਦਰ ਮੰਤਰੀ ਦੇ ਨਾਲ ਝੋਨੇ ਤੇ FCI ਦੇ ਮੁੱਦੇ ਤੇ ਚਰਚਾ ਇਸ ਦੌਰਾਨ ਕੀਤੀ ਗਈ ਹੈ। ਗੋਦਾਮਾਂ 'ਚੋਂ ਲਿਫਟਿੰਗ ਦਾ ਮੁੱਦਾ ਵੀ ਇਸ ਦੌਰਾਨ ਚੁੱਕਿਆ ਗਿਆ। ਨਵੀਂ ਫਸਲ ਦੀ ਸਟੋਰੇਜ ਦੇ ਲਈ ਗੋਦਾਮ ਖਾਲੀ ਹੋਣੇ ਜ਼ਰੂਰੀ ਨੇ। ਆੜ੍ਹਤੀਆਂ ਦੇ ਕਮਿਸ਼ਨ ਤੇ ਵੀ ਚਰਚਾ ਇਸ ਦੌਰਾਨ ਕੀਤੀ ਗਈ ਹੈ। ਆੜ੍ਹਤੀਆਂ ਦਾ ਕਮਿਸ਼ਨ ਵਧਾਉਣ ਦੀ ਮੰਗ CM ਭਗਵੰਤ ਮਾਨ ਨੇ ਕੀਤੀ ਹੈ। ਝੋਨੇ ਦੀ ਸਰਕਾਰੀ ਖਰੀਦ 15 ਸਤੰਬਰ ਤੋਂ ਸ਼ੁਰੂ ਕਰਨ ਦੀ ਮੰਗ CM ਦੇ ਵੱਲੋਂ ਕੀਤੀ ਗਈ ਹੈ। ਕੇਂਦਰ ਮੰਤਰੀ ਦੇ ਕੋਲ RDF ਦਾ ਮਸਲਾ ਵੀ ਚੁੱਕਿਆ ਗਿਆ ਤੇ ਕੇਂਦਰ ਮੰਤਰੀ ਨੇ RDF ਤੇ ਅਲੱਗ ਮੀਟਿੰਗ ਕਰਨ ਦਾ ਭਰੋਸਾ CM ਭਗਵੰਤ ਮਾਨ ਨੂੰ ਦਿੱਤਾ। ਤੇ ਤਸਵੀਰ ਬੀਤੇ ਦੇਰ ਸ਼ਾਮ, ਕਿਉਂਕਿ ਤਕਰੀਬਨ 7 ਵਜੇ ਇਹ ਮੀਟਿੰਗ ਸੀ ਤੇ ਮੀਟਿੰਗ 'ਚ ਕਈ ਮਸਲੇ ਵਿਚਾਰੇ ਗਏ। ਅਸੀਂ ਕਿਹਾ ਕਿ RDF ਦਾ ਪੈਸਾ ਦਿਓ, ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ। ਉਹ ਕਹਿੰਦੇ ਉਹਦੇ ਬਾਰੇ ਆਪਾਂ ਅਲੱਗ ਮੀਟਿੰਗ ਕਰ ਲਾਂਗੇ, ਉਹ 'ਤੇ ਪਰਸੈਂਟੇਜ ਦਾ ਥੋੜ੍ਹਾ ਬਹੁਤ ਸਹਿਮਤੀ ਬਣਾਉਣੀ ਪਊਗੀ। ਪੈਸਾ ਉਹ RDF ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਹੈ, ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ। ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ, ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ। ਸੋ RDF ਦੇ ਮੁੱਦਾ ਵੀ ਅਸੀਂ ਇੱਥੇ ਉਠਾਇਆ ਤੇ ਕੁੱਲ ਮਿਲਾ ਕੇ ਬੜੀ ਅੱਛੇ ਮਾਹੌਲ 'ਚ ਗੱਲਬਾਤ ਹੋਈ ਹੈ। ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ। ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ, ਝੋਨੇ ਦੀ ਬਜਾਈ 15 ਜੂਨ ਤੋਂ। ਇਸ ਵਾਰ ਅਸੀਂ 1 ਜੂਨ ਤੋਂ ਕਰ, ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ, ਪਰ ਹੁਣ ਕਿਉਂਕਿ 1 ਜੂਨ ਕਰ ਲਿਆ, 15 ਦਿਨ ਘਟਾ ਲਿਆ, ਤਾਂ ਮਤਲਬ ਝੋਨਾ ਪਹਿਲਾਂ ਆਊਗਾ। ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾਣ। 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ, ਤਾਂ ਕਿ ਟਾਈਮ 'ਤੇ ਕਿਸਾਨ ਜਿਹੜਾ
ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ ਘਰੇ ਜਾਵੇ। ਤੇ ਚਾਰੇ ਮੰਗਾਂ ਉਹਨਾਂ ਨੇ ਕਿਹਾ ਵੀ ਹਾਂ ਇਹ ਬਿਲਕੁਲ ਸਹੀ ਨੇ, ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ, ਕਿਉਂਕਿ ਅਸੀਂ ਪਹਿਲਾਂ ਆਏ ਹੋਏ ਹਾਂ। ਜੁਲਾਈ ਅੱਜ ਤਾਂ 14 ਸਤੰਬਰ 15 ਨੂੰ ਆਊਗਾ, ਜਿਹੜਾ ਵੀ ਪਹਿਲਾ ਜ਼ੋਨ ਸੀ ਸਾਡਾ ਉਹ 14। ਸੋ ਇਸ ਕਰਕੇ ਅਸੀਂ ਐਡਵਾਂਸ ਦੇ ਵਿੱਚ ਹੀ ਇਹ ਮੀਟਿੰਗ ਕੀਤੀ ਹੈ, ਤਾਂ ਕਿ ਕੋਈ ਹੋਰ ਡਿਸੀਜਨ FCI ਜਾਂ ਕੋਈ ਹੋਰ ਪਨਸਪ ਵੱਲੋਂ ਜਾਂ ਕੋਈ ਪਨਗ੍ਰੇਨ ਵੱਲੋਂ ਲੈਣਾ ਪਿਆ ਤਾਂ ਅਸੀਂ ਟਾਈਮ ਤੇ ਲੈ ਸਕਦੇ। ਅੱਗੇ ਵਧਾਂਗੇ ਤੇ ਗੱਲ ਕਰਾਂਗੇ MP ਗੁਰਜੀਤ ਔਜਲਾ ਦੀ, ਕਿਉਂਕਿ ਦਰਬਾਰ ਸਾਹਿਬ ਨੂੰ ਧਮਕੀ ਮਿਲਣ ਦੇ ਮਾਮਲੇ 'ਚ MP ਗੁਰਜੀਤ ਔਜਲਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਹੈ। ਦਰਬਾਰ ਸਾਹਿਬ 'ਚ ਕੇਂਦਰ ਸੁਰੱਖਿਆ ਬਲਾਂ ਦੀ ਤੈਨਾਤੀ ਹੋਏ ਇਹ ਮੰਗ ਕੀਤੀ ਗਈ। ਗੁਰਜੀਤ ਔਜਲਾ ਜੋ ਕਿ ਅੰਮ੍ਰਿਤਸਰ ਦੇ MP ਨੇ, ਐਡਵਾਂਸ ਬੌਂਬ ਡਿਟੈਕਸ਼ਨ ਸਿਸਟਮ ਦਰਬਾਰ ਸਾਹਿਬ 'ਚ ਲਗਾਇਆ ਜਾਵੇ, ਇਹ ਵੀ ਮੰਗ ਕੀਤੀ ਗਈ ਹੈ। ਔਜਲਾ ਨੇ ਕਿਹਾ ਕਿ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦੀ ਜਾਂਚ ਡਿਟੇਲ 'ਚ ਕਰਵਾਈ ਜਾਣੀ ਚਾਹੀਦੀ ਹੈ। ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 3 ਦਿਨ 'ਚ 5 ਵਾਰ ਧਮਕੀ ਮਿਲੀ ਹੈ ਤੇ ਦਰਬਾਰ ਸਾਹਿਬ ਨੂੰ ਧਮਕੀ ਮਿਲਣ ਦੇ ਮਾਮਲੇ 'ਚ MP ਗੁਰਜੀਤ ਔਜਲਾ ਨੇ ਚਿੱਠੀ ਲਿਖੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਕਿਉਂਕਿ ਬੀਤੇ ਕੱਲ ਹਰਜਿੰਦਰ ਸਿੰਘ ਧਾਮੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਸੀ ਕਿ 5 ਧਮਕੀਆਂ 3 ਦਿਨਾਂ 'ਚ ਆਈਆਂ ਨੇ ਤੇ BSF ਦੇ ਵੱਲੋਂ ਉੱਥੇ ਸਰਚ ਆਪਰੇਸ਼ਨ ਵੀ ਚਲਾਇਆ ਗਿਆ ਸੀ। बीते कल जो संगत का पूरा समान है, दूसरे पासे जोड़े घर की चैकिंग BSF दी टीमां दे वल्लों कीती गई सी। उन्होंने भी BSF दी जो टीमां ने जवान ने मौके ते तैनात है, चप्पे चप्पे दी सुरक्षा करड़ी की गई है। ते हुण मांग MP गुरजीत औजला ने की है कि देश के गृह मंत्री अमित शाह तो कि एडवांस बॉम्ब डिटेक्शन सिस्टम दरबार साहब लगाया जाए। लगातार तीजे दिन दरबार साहब ਨੂੰ ਬਲਾਸਟ ਦੀ ਧਮਕੀ ਮਿਲੀ, ਜਿਸ ਤੇ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ। ਤਾਂ ਉਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਮੁਤਾਬਿਕ ਇਸ ਮਾਮਲੇ 'ਚ ਦੱਖਣੀ ਸੂਬਿਆਂ ਦੇ ਸੰਕੇਤ ਮਿਲੇ ਨੇ। ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਲਗਾਤਾਰ ਤੀਜੇ ਦਿਨ ਬਲਾਸਟ ਦੀ ਧਮਕੀ ਮਿਲੀ ਤਾਂ ਸੁਰੱਖਿਆ ਏਜੰਸੀਆਂ ਨੇ ਵੀ ਮੋਰਚਾ ਸੰਭਾਲਿਆ। BSF ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਲਗਾਤਾਰ ਦੂਜੇ ਦਿਨ ਸਰਚ ਆਪਰੇਸ਼ਨ ਚਲਾਇਆ। ਜੋੜਾ ਘਰਾਂ ਤੇ ਗੱਠੜੀ ਘਰਾਂ 'ਚ ਜਾ ਕੇ ਚੈਕਿੰਗ ਕੀਤੀ ਤੇ ਗੁਰੂ ਘਰ ਆਉਣ ਵਾਲੀ ਸੰਗਤ ਦੇ ਸਮਾਨ ਦੀ ਵੀ ਤਲਾਸ਼ੀ ਲਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੁਤਾਬਕ ਧਮਕੀ ਦੀਆਂ ਕੁੱਲ 5 ਈਮੇਲ ਭੇਜੀਆਂ ਗਈਆਂ ਨੇ। ਉਹਨਾਂ ਧਮਕੀ ਪਿੱਛੇ ਕਿਸੇ ਸਾਜ਼ਿਸ਼ ਦਾ ਖਦਸ਼ਾ ਜਤਾਇਆ ਤੇ ਪੁਲਿਸ ਤੋਂ ਵੀ ਤੁਰੰਤ ਕਾਰਵਾਈ ਦੀ ਮੰਗ ਕੀਤੀ। ਮੈਂ ਦੇਖਦਾ ਕੱਲ ਫਿਰ BSF ਇੱਥੇ ਡਿਪਿਊਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਂਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵਿੱਚ ਟੈਰਰ ਤਾਂ ਨਹੀਂ ਪਾ ਰਹੇ, ਕਿਤੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ। ਜਿਹੜੀ ਪੁਲਿਸ ਆ ਉਹ ਇੱਥੇ ਕਾਰਵਾਈ ਕਰੇ, ਸਾਈਬਰ ਬ੍ਰਾਂਚ ਵਾਲੇ ਜਿਹੜੇ ਆ ਉਹ ਇੱਥੇ ਕਾਰਵਾਈ ਕਰਕੇ ਇਹਦਾ ਕਿੱਥੋਂ ਚੱਲਦਾ, ਇਹ ਕਿੱਥੋਂ ਸਿਸਟਮ ਚੱਲ ਰਿਹਾ ਤੇ ਇਹ ਜਿਹੜਾ ਸਾਨੂੰ ਤੁਰੰਤ ਇਹਦੇ ਬਾਰੇ ਅਸੀਂ ਆਪਣਾ ਵੀ ਜਿਹੜਾ ਸਾਡਾ ਆਪਣਾ ਸਟਾਫ ਆ ਅਸੀਂ ਉਹ ਵੀ ਉਸ ਕੰਮ ਤੇ ਲਾਇਆ ਆ। ਪਰ ਮੈਨੂੰ ਇਉਂ ਮਹਿਸੂਸ ਹੁੰਦਾ ਬਈ ਸ਼ਾਇਦ ਕੋਈ ਸਾਜ਼ਿਸ਼ ਨਾ ਹੋਵੇ। ਉਧਰ ਪੁਲਿਸ ਨੇ ਵੀ ਧਮਕੀਆਂ ਤੇ ਗੰਭੀਰ ਨੋਟਿਸ ਲਿਆ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ, ਜਿਸ 'ਚ ਦੱਖਣ ਭਾਰਤ ਦੇ ਕੁਝ ਸੂਬਿਆਂ ਦੇ ਸੰਕੇਤ ਮਿਲੇ ਨੇ। कंटेंट्स जो हैं वो इंडिकेट सदर्न स्टेट्स की तरफ ही कर रहे हैं, तो और हमें उम्मीद है कि इस पे जल्दी हम ब्रेक थ्रू आपके साथ शेयर कर पाएंगे। FIR हमने रजिस्टर कर ली थी उसी दिन और उसके ये जो सब्सिक्वेंट मेल्स आई हैं इनको भी हम डीपली इन्वेस्टिगेट कर रहे हैं और जो कंसर्न कंपनीज है उनकी तरफ से कुछ हमें रिप्लाईज भी आए हैं। ये जो प्रिलिमिनरी इन्वेस्टिगेशन में यही पता लगा है कि जो मेन कंपनी है उसने सब लीज की हुई थी अपनी जो प्लेटफॉर्म। आखिरकार गुरु घर का दुश्मन कौन है जो लगातार धमकियां भेज रहा है, इसका खुलासा तो पुलिस जांच हो जाएगा ते उम्मीद है कि मुलजम जल्द